सत श्री अकाल। पंजाब टॉक्स चैनल देख रहे दर्शकों का स्वागत। मैं हाँ कमलजीत सिद्धू ते तुसीं देख रहे हो प्रोग्राम खास खबर। खास खबर दे विच दोस्तों अज गल करांगे कि देश दे विच सब तो वड्डी जिहड़ी समस्या आ वो बेरोज़गारी आ। तो बेरोज़गारी इन्नी कि वध चुकी है कि जे रोज़गार मिलते होण तां फिर इहो जे हालात जिन्हां दे विचों नौजवान पीढ़ी नूं लंघना पै रिहा आ ਉਹ ਅਜਿਹੇ ਹਾਲਾਤਾਂ ਦਾ किस तरीके सामना करते हैं ਤਾਂ ਇਹ ਸਾਰੇ ਦੇ ਉੱਤੇ ਚਰਚਾ ਹੋਊਗੀ। दूसरी खबर जो दूसरी आ कि ਜਿਹੜੀਆਂ ਨਵੀਆਂ ਵੋਟਿੰਗ ਮਸ਼ੀਨਾਂ ਆਈਆਂ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਕਿ ਹੁਣ ਕੀ ਉਸ ਨੂੰ ਵੀ ਪ੍ਰਵਾਨ ਕੀਤਾ ਜਾ ਸਕੂਗਾ ਜਾਂ ਨਹੀਂ। ਪਹਿਲੀ ਗੱਲ ਤੇ ਆਉਂਦੇ ਆ, ਪਹਿਲੀ ਖਬਰ ਤੇ ਆਉਂਦੇ ਆ। ਪਹਿਲੀ ਖਬਰ ਦੇ ਵਿੱਚ ਇਹ ਹੈ ਕਿ ਆਮ ਤੌਰ ਦੇ ਉੱਤੇ ਬੇਰੁਜ਼ਗਾਰੀ ਜਿਹੜੀ ਆ ਕਿਸੇ ਵੀ ਮੁਲਕ, ਕਿਸੇ ਵੀ ਕੌਮ, ਕਿਸੇ ਵੀ ਸਮਾਜ ਲਈ ਸਭ ਤੋਂ ਵੱਡਾ ਘਾਟਾ ਉਦੋਂ ਹੁੰਦਾ ਹੈ ਕਿ ਜਦੋਂ ਉੱਥੋਂ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਬਿਲਕੁਲ ਖਾਲਮ ਖਾਲੀ ਫਿਰਦੀ ਹੋਵੇ। ਬੇਰੁਜ਼ਗਾਰੀ ਕਿਸੇ ਵੀ ਦੇਸ਼ ਸਮਾਜ ਲਈ ਸਭ ਤੋਂ ਵੱਡੀ ਸਮੱਸਿਆ ਤਾਂ ਹੁੰਦੀ ਹੈ, ਪਰ ਸਰਕਾਰਾਂ ਦੀ ਅਗਰ ਇੱਥੇ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਸਰਕਾਰ ਕਹਿ ਰਹੀ ਹੈ ਕਿ ਦੇਸ਼ ਦੀ ਆਰਥਿਕਤਾ ਜਿਹੜੀ ਆ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਉਹ ਸਭ ਅੰਕੜੇਬਾਜ਼ੀ ਹੈ। ਜੇਕਰ ਆਰਥਿਕਤਾ ਮਜ਼ਬੂਤ ਹੋ ਰਹੀ ਹੈ ਤਾਂ ਲੋਕ ਕਿਉਂ, ਮਤਲਬ ਹੁਣ ਤੁਸੀਂ ਸਮਝੋ ਵੀ ਲੋਕ ਕਿਉਂ ਫਿਰ ਰੌਲਾ ਪਾਈ ਬੈਠੇ ਆ ਵੀ ਰੁਜ਼ਗਾਰ ਨਹੀਂ ਤੇ ਫਿਰ ਵਿਦੇਸ਼ਾਂ ਵੱਲ ਕਿਉਂ ਜਾ ਰਹੇ ਆ। ਤਾਂ ਦੇਸ਼ ਦੀ ਸਰਕਾਰ ਕਹਿ ਰਹੀ ਹੈ ਕਿ ਦੇਸ਼ ਦੀ ਆਰਥਿਕਤਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਦੇਸ਼ ਦੇ ਲੋਕ ਫਿਰ ਮਜ਼ਬੂਤ ਨਹੀਂ ਹੋ ਰਹੇਗੇ। ਹਾਲਾਤ ਕਿੱਥੇ ਖੜ ਗਏ ਆ, ਲੋਕਾਂ ਦਾ ਤਾਂ ਕਚੂੰਬਰ ਨਿਕਲ ਗਿਆ। ਕੋਵਿਡ ਮਹਾਮਾਰੀ ਦੌਰਾਨ ਦੇਸ਼ ਦੇ 84% ਲੋਕ ਬੇਰੁਜ਼ਗਾਰ ਹੋ ਗਏ। ਇਸ ਦਾ ਮਤਲਬ ਹੈ ਕਿ 84% ਲੋਕਾਂ ਦਾ ਜਿਹੜਾ ਰੁਜ਼ਗਾਰ ਆ ਖੁੱਸ ਗਿਆ। ਇੰਨੀ ਵੱਡੀ ਗਿਣਤੀ ਲੋਕਾਂ ਦੀ ਆਮਦਨ ਦਾ ਜ਼ਰੀਆ ਖਤਮ ਹੋ ਗਿਆ, ਪਰ ਸਰਕਾਰਾਂ ਨੇ ਕਦੇ ਵੀ ਵਿਚਾਰ ਨਹੀਂ ਕੀਤਾ ਗਾ। ਆਪਾਂ ਮੁੱਦੇ 'ਤੇ ਗੱਲ ਕੀਤੀ ਸੀ ਕਿ ਸਿੱਖਿਆ ਦਾ ਜਿੱਥੇ ਢਾਂਚਾ ਵਿਗੜਿਆ ਨਾ ਉੱਥੇ ਜਿਹੜੇ ਰੁਜ਼ਗਾਰ ਦੀ ਸਮੱਸਿਆ ਵੀ ਕੋਵਿਡ ਤੋਂ ਬਾਅਦ ਤਾਂ ਕੋਰੋਨਾ ਕਾਲ ਤੋਂ ਬਾਅਦ ਤਾਂ ਇੰਨੀ ਕੁ ਜ਼ਿਆਦਾ ਵਿਗੜੀ ਹੈ ਕਿ ਦੇਸ਼ ਦੀ ਹਾਲਤ ਜਿਹੜੀ ਆਮ ਲੋਕਾਂ ਦੀ ਉਹ ਡਾਵਾਂਡੋਲ ਹੋ ਚੁੱਕੀ ਆ। ਕਹਿੰਦੇ ਪੱਟੇ ਹੋਏ ਰਾਸ ਨਹੀਂ ਆਏ ਹਜੇ ਤੱਕ, ਹਾਲਾਤ ਇੱਥੇ ਤੱਕ ਵਿਗੜ ਗਿਆ। ਸਿਰਫ ਵੋਟਾਂ ਬਣਾਉਣ ਤੇ ਵਧਾਉਣ 'ਚ ਰੁੱਝੀਆਂ ਸਰਕਾਰਾਂ ਨੂੰ ਗੱਦੀ ਪੱਕੀ ਕਰਨ ਤੋਂ ਸਿਵਾਏ ਕੁਝ ਨਹੀਂ ਦਿਸਦਾ। ਬੰਗਾਲ ਦੀਆਂ ਚੋਣਾਂ ਕਰੋਨਾ ਦੇ ਸਮੇਂ ਦੌਰਾਨ ਹੋਈਆਂ ਸਨ ਤਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਬਾਕੀ ਸਭ ਚੋਣਾਂ 'ਚ ਮਸਰੂਫ ਰਹੇ। ਲੋਕਾਂ ਨੂੰ ਉਹਨਾਂ ਦੇ ਹਾਲ ਦੇ ਉੱਤੇ ਛੱਡ ਦਿੱਤਾ ਗਿਆ। ਹਾਲਾਤ ਇੰਨੇ ਕੁ ਮਾੜੇ ਸਨ ਕਿ ਨੌਜਵਾਨਾਂ ਨੂੰ ਚੰਗੇ ਭਵਿੱਖ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ। ਉਹਨਾਂ ਨੂੰ ਪੜ੍ਹ ਲਿਖ ਕੇ ਵੀ ਨਾ ਪੜ੍ਹਿਆਂ ਵਾਲੇ ਕੰਮ ਕਰਨੇ ਪੈਂਦੇ ਆ। ਉਹ ਤਾਂ ਇਹ ਮਹਿਸੂਸ ਕਰਨ ਲੱਗ ਪਏ ਆ ਕਿ ਪੈਸੇ ਲਾ ਕੇ ਕਿਸੇ ਵਿਕਸਿਤ ਦੇਸ਼ ਵਿੱਚ ਸਥਾਪਿਤ ਹੋਣਾ ਜ਼ਿਆਦਾ ਬਿਹਤਰ ਹੈ। ਦੋਸਤੋ ਮੈਂ ਗੱਲ ਕਰਨੀ ਚਾਹੂੰਗਾ ਇੱਕ ਕਿਸਾਨ ਪਰਿਵਾਰ ਦੇ ਇੱਕ ਦੋਸਤ ਨਾਲ ਮੇਰੀ ਹਜੇ ਗੱਲ ਹੋਈ ਨਵੇਂ ਸਾਲ ਦੇ ਮੌਕੇ ਦੇ ਉੱਤੇ। ਤਾਂ ਜਿਵੇਂ ਅਸੀਂ ਆਮ ਗੱਲ ਕਰਦੇ ਹਾਂ, ਕਿਉਂਕਿ ਮੈਂ ਹੁਣ ਪਟਿਆਲੇ ਰਹਿਣਾ ਅਤੇ ਅਸੀਂ ਪਿੰਡ ਦੇ ਰਹਿਣ ਵਾਲੇ ਹਾਂ ਪਿਛੋਕੜ ਤੋਂ, ਅਤੇ ਮੈਂ ਪਿੰਡ ਦੇ ਹੀ ਇੱਕ ਦੋਸਤ ਨਾਲ ਗੱਲ ਕੀਤੀ ਤਾਂ ਪਿੰਡ ਦਾ ਹਾਲ ਚਾਲ ਪੁੱਛਿਆ ਅਤੇ ਉਹਨੇ ਦੱਸਿਆ ਜੀ ਕਿ ਫਲਾਨਾ ਬੰਦਾ ਜਿਹੜਾ ਉਹ ਆਹ ਹੋ ਗਿਆ, ਉਹਦਾ ਆਹ ਹੋ ਗਿਆ, ਉਹਦਾ ਆਹ ਹੋ ਗਿਆ। ਅਤੇ ਮੈਂ ਕਿਹਾ ਵੀ ਤੇਰੇ ਘਰ ਦਾ, ਤੇਰੇ ਬੱਚਿਆਂ ਦਾ ਕੀ ਹਾਲ ਆ? ਕਹਿੰਦਾ ਬਸ ਬੱਚਿਆਂ ਨੂੰ ਵੀ ਹੁਣ ਬਾਹਰ ਤੋਰ ਦੇਣਾ ਆ। ਮੈਂ ਕਿਹਾ ਕਿਉਂ? ਹਾਲਾਂਕਿ ਉਹ ਮਜ਼ਦੂਰੀ ਕਰਦਾ ਆ। ਕਹਿੰਦਾ ਮੈਂ ਕੋਸ਼ਿਸ਼ ਕਰਦਾ ਪਿਆ ਆ, ਜ਼ਮੀਨ ਬਹੁਤ ਹੀ ਥੋੜ੍ਹੀ ਆ, ਲੇਬਰ ਕਰਦਾ, ਕਿਸੇ ਦੁਕਾਨ ਦੇ ਉੱਤੇ ਕੰਮ ਕਰਦਾ ਉਹ। ਕਹਿੰਦਾ ਇੱਥੇ ਕੰਮ ਤਾਂ ਹੈ ਨਹੀਂ, ਰੁਜ਼ਗਾਰ ਤਾਂ ਹੈ ਨਹੀਂ ਅਤੇ ਸਰਕਾਰਾਂ ਕੁਛ ਕਰਦੀਆਂ ਨਹੀਂ, ਸਰਕਾਰਾਂ ਨਿਕੰਮੀਆਂ। ਹੁਣ ਤੁਸੀਂ ਦੇਖੋ ਵੀ ਇੱਕ ਮਜ਼ਦੂਰ ਬੰਦਾ ਵੀ ਇਹ ਸੋਚਣ ਲੱਗ ਪਿਆ ਕਿ ਸਰਕਾਰਾਂ ਨਿਕੰਮੀਆਂ, ਸਰਕਾਰਾਂ ਕੰਮ ਨਹੀਂ ਦਿੰਦੀਆਂ ਪਈਆਂ, ਸਰਕਾਰਾਂ ਕੁਛ ਕਰ ਨਹੀਂ ਰਹੀਆਂ ਗੀਆਂ। ਲੋਕਾਂ ਦਾ ਹਾਲ ਇੱਕੋ ਹੀ ਨਜ਼ਰ ਜਿਹੜਾ ਆ ਇਸ ਗੱਲ ਦੇ ਵਿੱਚ ਹੁੰਦਾ ਆ ਕਿ ਉਹ ਬਾਹਰ ਚਲੇ ਜਾਣ, ਕਿਉਂਕਿ ਬਾਹਰ ਸਾਰੀਆਂ ਸੁੱਖ ਸਹੂਲਤਾਂ ਉਹਨਾਂ ਨੂੰ, ਪੈਸਾ ਵੀ ਮਿਲ ਜਾਂਦਾ, ਵਾਤਾਵਰਨ ਚੁਗਿਰਦਾ, ਖਾਣ ਪੀਣ, ਰਹਿਣ ਸਹਿਣ, ਸਾਰਾ ਕੁਛ ਸਟੇਟਸ ਵਗੈਰਾ ਉਹਨਾਂ ਨੂੰ ਮਿਲ ਜਾਂਦਾ। ਇੱਥੇ ਮਤਲਬ ਇਸ ਗੱਲ ਦੇ ਉੱਤੇ ਉਹ ਲੋਕ ਡਿਪੈਂਡ ਹੋਏ ਪਏ ਆ। ਅਤੇ ਠੀਕ ਹੈ, ਇਸੇ ਕਰਕੇ ਜਿਹੜੇ ਲੋਕ ਆ ਉਹ ਵਿਦੇਸ਼ਾਂ ਨੂੰ ਭੱਜ ਰਹੇ ਆ। ਸਰਕਾਰਾਂ ਦਾ ਵਾਕਈ ਧਿਆਨ ਨਹੀਂ ਗਾ। ਦੇਸ਼ 'ਚ ਵੱਧ ਰਹੀ ਬੇਰੁਜ਼ਗਾਰੀ ਨੇ ਲੱਖਾਂ ਰੁਪਏ ਲਾ ਕੇ ਬਾਹਰ ਜਾਣ ਦੀ ਚਾਹਤ ਜਿਹੜੀ ਹੈ ਉਹ ਵਧਾ ਦਿੱਤੀ ਹੈ। ਕਈ ਦਿਹਾਤੀ ਕਾਲਜਾਂ ਵਿੱਚ ਤਾਂ ਵਿਦਿਆਰਥੀਆਂ ਦੀ ਗਿਣਤੀ ਸੈਂਕੜਿਆਂ ਤੱਕ ਸਿਮਟ ਗਈ ਹੈ ਅਤੇ ਬਹੁਤ ਸਾਰੇ ਵਿਦਿਅਕ ਅਦਾਰੇ ਜਿਹੜੇ ਆ ਬੰਦ ਹੋਣ ਦੀ ਕਗਾਰ 'ਤੇ ਆ ਗਏ ਹੈ। ਲੋਕ ਵੀ ਸੱਚੇ ਆ। ਅੱਗੇ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ। ਕੇਵਲ 25% ਬੱਚੇ ਸਕੂਲਾਂ ਤੋਂ ਅੱਗੇ ਉੱਚ ਵਿੱਦਿਆ ਲੈਣ ਦੇ ਇੱਛੁਕ ਆ। ਹੁਣ ਕਾਲਜਾਂ ਯੂਨੀਵਰਸਿਟੀਆਂ 'ਚ ਗਾਂਹ ਤੋਂ ਨੌਜਵਾਨ ਮੁੰਡੇ ਕੁੜੀਆਂ ਨਜ਼ਰ ਨਹੀਂ ਆਉਣੇ ਉਸ ਤਰੀਕੇ ਨਾਲ। ਹਾਲਾਤ ਇਹ ਆ ਕਿ +2 ਤੋਂ ਬਾਅਦ ਆਈਲੈਟਸ ਕਰਾਓ ਅਤੇ ਜਵਾਕ ਨੂੰ ਬਾਹਰ ਭੇਜ ਦਿਓ। ਪੂਰੇ ਦੇਸ਼ ਵਿੱਚ ਇਹ ਹਾਲਾਤ ਜਿਹੜੇ ਆ ਬਣਦੇ ਜਾ ਰਹੇ ਆ। ਬੇਰੁਜ਼ਗਾਰੀ ਦੀ ਸਮੱਸਿਆ ਇਹਨਾਂ ਦਿਨਾਂ ਦੇ ਵਿੱਚ ਵਿਕਰਾਲ ਰੂਪ ਧਾਰਨ ਕਰੀ ਬੈਠੀ ਹੈ।
ਭਾਵੇਂ ਕੁਝ ਸਮਾਂ ਪਹਿਲਾਂ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਦੇਸ਼ 'ਚ ਬੇਰੁਜ਼ਗਾਰੀ ਪਹਿਲਾਂ ਨਾਲੋਂ ਘਟੀ ਹੈ, ਪਰ ਹਕੀਕਤ 'ਚ ਅਜਿਹਾ ਕੁਝ ਨਹੀਂ ਹੈ। ਜੇਕਰ ਅਜਿਹਾ ਮੰਨ ਵੀ ਲਿਆ ਤਾਂ ਕੀ ਮਜ਼ਦੂਰ ਮੰਡੀਆਂ ਦੇ ਵਿੱਚ ਭੀੜ ਘਟ ਗਈ ਹੈ? ਕੀ ਰੁਜ਼ਗਾਰ ਨਵੇਂ ਪੈਦਾ ਹੋ ਗਏ ਆ? ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਕੋਵਿਡ ਦੇ ਸਮੇਂ ਨਾਲੋਂ ਕੁਝ ਹਾਲਾਤ ਬਿਹਤਰ ਹੋਣੇ ਹੀ ਸਨ, ਮਾਹੌਲ ਕੁਝ ਠੀਕ ਹੋ ਗਿਆ, ਪਰ ਇਸ ਨੂੰ ਬੇਰੁਜ਼ਗਾਰੀ ਦਾ ਘਟਨਾ ਨਹੀਂ ਕਿਹਾ ਜਾ ਸਕਦਾ। ਹਾਲਾਤ ਸੁਖਾਵੇਂ ਹੋਣ ਤੇ ਲੋਕਾਂ ਨੇ ਕੁਝ ਨਾ ਕੁਝ ਤਾਂ ਕਰਨਾ ਹੀ ਸੀਗਾ। ਇਸ ਤੋਂ ਬਿਨਾਂ ਉਹ ਪਰਿਵਾਰ ਕਿਸ ਤਰੀਕੇ ਪਾਲਣਗੇ? ਪਰ ਇਸ ਦਾ ਮਤਲਬ ਇਹ ਨਹੀਂ ਕਿ ਬੇਰੁਜ਼ਗਾਰੀ ਘਟ ਗਈ ਆ। ਕਈ ਸਵਾਲ ਖੜੇ ਹੋਏ ਨਾ, ਬੇਰੁਜ਼ਗਾਰੀ ਘਟੀ ਨਹੀਂ ਤਾਂ ਫਿਰ ਲੇਬਰ ਚੌਂਕ ਦੀਆਂ ਭੀੜਾਂ ਨਹੀਂ ਘੱਟ ਹੋਈਆਂ। ਉਹ ਲੇਬਰ ਚੌਂਕ ਦੇ ਵਿੱਚ ਜਿਹੜੀ ਲੇਬਰ ਆ, ਜਿਹੜੇ ਮਜ਼ਦੂਰ ਕਿਰਤੀ ਪਰਿਵਾਰ ਜਿਹੜੇ ਆ ਵਿਚਾਰੇ ਉੱਥੇ ਖੜੋ ਕੇ ਮੁੜੇ ਆਉਂਦੇ, ਉਹਨਾਂ ਨੂੰ ਤਾਂ ਕੰਮ ਵੀ ਨਹੀਂ ਮਿਲਦੇ ਪਏ। ਇਹ ਹਾਲਾਤ ਹੋ ਚੁੱਕੇ ਆ। ਤਾਂ ਵਿਸ਼ਵ ਬੈਂਕ ਦੇ ਇੱਥੇ ਸਾਬਕਾ ਅਰਥ ਸ਼ਾਸਤਰੀ ਕੌਸ਼ਿਕ ਬਾਸੂ ਦੀ ਗੱਲ ਕਰ ਲੈਂਦੇ ਆ। ਉਸਨੇ ਦੱਸਿਆ ਕਿ ਇਸ ਵਕਤ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਤੇ ਚੁਣੌਤੀ ਜਿਹੜੀ ਹੈ ਉਹ ਬੇਰੁਜ਼ਗਾਰੀ ਹੈ। ਇਹ ਦੇਸ਼ ਵਿੱਚ ਬੇਰੁਜ਼ਗਾਰੀ ਜਿਹੜੀ ਆ ਉਹ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰ ਨੇ 2017-18 ਦੇ ਆਪਣੇ ਸਰਵੇਖਣ ਮੁਤਾਬਕ ਬੇਰੁਜ਼ਗਾਰੀ ਦੇ ਬਾਰੇ ਗੱਲ ਕੀਤੀ ਹੈ ਕਿ ਇਸ ਵਕਤ ਪਿਛਲੇ 45 ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਬੇਰੁਜ਼ਗਾਰੀ ਹੈ ਦੇਸ਼ ਵਿੱਚ। ਦੇਸ਼ ਦੀ 24% ਤੋਂ ਵੱਧ ਜਿਹੜੇ ਨੌਜਵਾਨ ਅੱਜ ਬੇਰੁਜ਼ਗਾਰ ਫਿਰਦੇ ਆ। ਬੇਰੁਜ਼ਗਾਰੀ ਦੀ ਇਹ ਦਰ ਦੁਨੀਆ ਵਿੱਚ ਸਭ ਤੋਂ ਵੱਧ ਹੈ। ਬਿਨਾਂ ਸ਼ੱਕ ਕਰੋਨਾ ਮਹਾਮਾਰੀ ਨੇ ਬੇਰੁਜ਼ਗਾਰੀ ਵਿੱਚ ਹੋਰ ਵੀ ਵਾਧਾ ਕੀਤਾ ਆ। ਕੰਮ ਧੰਦੇ ਤੇ ਕਾਰੋਬਾਰ ਬੰਦ ਹੋਣ ਕਰਕੇ ਕਰੋੜਾਂ ਲੋਕ ਵਿਹਲੇ ਹੋ ਗਏ ਆ। ਪਰ ਇਹ ਵੀ ਸੱਚ ਹੈ ਕਿ ਸਾਡੀਆਂ ਜਿਹੜੀਆਂ ਨੀਤੀਆਂ ਆ ਬੇਰੁਜ਼ਗਾਰੀ ਘਟਾਉਣ ਦੀ ਬਜਾਏ ਵਧਾਉਣ ਵਾਲੀਆਂ ਆ। ਸਰਕਾਰ ਕਹਿ ਜ਼ਰੂਰ ਰਹੀ ਹੈ ਕਿ ਆਉਣ ਵਾਲਾ ਵਾਰ ਆਮ ਅਤੇ ਸੁਖਾਵਾਂ ਰਹੂਗਾ। ਇੱਥੇ ਪ੍ਰਧਾਨ ਮੰਤਰੀ ਹੋਰਾਂ ਦਾ ਬਿਆਨ ਹੈ ਕਿ ਆਉਣ ਵਾਲੇ 1.5 ਸਾਲ ਦੇ ਵਿੱਚ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਅਜਿਹੇ ਅਸਾਰ ਨਹੀਂ ਹੈ। ਵਧੀਆ ਹਾਲਾਤ ਪੈਦਾ ਕਰਨ ਲਈ ਤੁਰੰਤ 1 ਲੱਖ ਕਰੋੜ ਰੁਪਏ ਦੇ ਵਾਧੂ ਨਿਵੇਸ਼ ਦੀ ਜ਼ਰੂਰਤ ਹੈ, ਜੋ ਸਰਕਾਰ ਨਹੀਂ ਕਰੇਗੀ। ਲੋਕ ਨਾ ਚਾਹੁੰਦੇ ਹੋਏ ਵੀ ਬਹੁਤ ਘੱਟ ਵੇਤਨ ਵਾਲੇ ਕਿੱਤੇ ਚੁਣ ਰਹੇ ਨੇ, ਜੋ ਉਹਨਾਂ ਦੀ ਮਜਬੂਰੀ ਹੈ। ਵਿਚਾਰੇ ਕੀ ਕਰਨ ਜਦੋਂ ਘਰ ਦੀ ਰੋਟੀ ਨਾ ਪੱਕਦੀ ਹੋਵੇ ਤੇ ਫਿਰ ਕੰਮ ਤਾਂ ਜਿਹੜਾ ਵੀ ਉਹਨੂੰ ਥਿਆਉਂਦਾ ਅਗਲਾ ਉਹੀ ਕਰਨ ਦੀ ਕੋਸ਼ਿਸ਼ ਕਰਦਾ। ਇਸ ਨੂੰ ਰੁਜ਼ਗਾਰ ਨਹੀਂ ਕਿਹਾ ਜਾ ਸਕਦਾ। ਰੁਜ਼ਗਾਰ ਬਿਲਕੁਲ ਨਹੀਂ ਵੱਧ ਰਹੇ। ਜੇ ਰੁਜ਼ਗਾਰ ਉਪਲਬਧ ਵੀ ਆ ਤਾਂ ਉਹ ਵੀ ਕੱਚੇ ਤੇ ਅਸਥਾਈ ਆ, ਜਿੱਥੇ ਕੰਮ ਕਰਨ ਡੰਗ ਟਪਾਉਣ ਤੋਂ ਵੱਧ ਕੁਛ ਨਹੀਂ। ਬਿਨਾਂ ਸ਼ੱਕ ਦੇਸ਼ ਵਿੱਚ ਰੁਜ਼ਗਾਰ ਦੀ ਵੱਡੀ ਥੋੜ ਹੈ। ਦੋਸਤੋ, ਇੱਥੇ ਗੱਲ ਮੈਂ ਇਹ ਵੀ ਕਰ ਲੈਣਾ ਚਾਹੂੰਗਾ, ਆਮ ਤੌਰ ਤੇ ਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਚੈਨਲ ਚੱਲੇ ਹੋਏ ਆ। ਹਰੇਕ ਚੈਨਲ ਦੇ ਉੱਤੇ ਨਾ ਅਸੀਂ ਕਾਫੀ ਸਾਰੀਆਂ ਵੀਡੀਓ ਇੱਦਾਂ ਦੀਆਂ ਦੇਖਦੇ ਹਾਂ ਜਿਹੜੀਆਂ ਇਹੋ ਜਿਹੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਪਾਈਆਂ ਹੁੰਦੀਆਂ ਆ, ਜਿਹੜੇ ਕਿਤੇ ਨਾ ਕਿਤੇ ਕੋਈ ਆਪਦਾ ਕੰਮ ਸ਼ੁਰੂ ਕਰੀ ਬੈਠੇ ਆ। ਚਾਹੇ ਉਹ ਖਾਣੇ ਬਣਾਉਣ ਦਾ ਕੰਮ ਸ਼ੁਰੂ ਕੀਤੇ ਆ, ਕਿਤੇ ਕੋਈ ਉਹਨਾਂ ਨੇ ਈਟਿੰਗ ਪੁਆਇੰਟ ਬਣਾਇਆ, ਕਿਤੇ ਕੋਈ ਉਹਨਾਂ ਨੇ ਰੇਹੜੀ ਲਾਈ ਆ, ਕਿਤੇ ਕੋਈ ਇਸ ਤਰ੍ਹਾਂ ਦਾ ਪੁਆਇੰਟ ਈਟਿੰਗ ਬਣਾਇਆ ਹੋਇਆ ਜਿਸ ਜਗ੍ਹਾ ਦੇ ਉੱਤੇ ਈਟਿੰਗ ਪੁਆਇੰਟ ਦੇ ਉੱਤੇ ਉਹ ਖਾਣੇ ਬਣਾ ਰਹੇ ਆ। ਔਰ ਫਿਰ ਸੋਸ਼ਲ ਮੀਡੀਆ ਦੇ ਇਹਨਾਂ ਚੈਨਲਾਂ ਵੱਲੋਂ ਉਹਨਾਂ ਦੇ ਬੜੇ ਸੋਹਲੇ ਗਾਏ ਜਾ ਰਹੇ ਆ ਜੀ। ਆਹ ਵੇਖੋ ਜੀ, ਇੰਨਾ ਵੱਡੇ ਘਰ ਦਾ ਧੀ ਪੁੱਤ ਸੀ, ਇਹਨੇ ਆਹ ਕੰਮ ਸ਼ੁਰੂ ਕੀਤਾ। ਇੰਨੇ ਵੱਡੇ ਜੱਟ ਪਰਿਵਾਰ ਦੀ ਕੁੜੀ ਸੀ, ਉਹਨੇ ਆਹ ਕੰਮ ਸ਼ੁਰੂ ਕੀਤਾ। ਇੰਨਾ ਵੱਡਾ ਫਲਾਨਾ ਸੀ। ਪਰ ਉਹਨਾਂ ਦੀ ਨਿੱਜੀ ਅੰਦਰੋਂ ਗੱਲ ਕੀ ਹੈ ਇਹ ਸਿਰਫ ਉਹੀ ਜਾਣਦੇ ਆ। ਔਰ ਇਹ ਵੀ ਉਦੋਂ ਹੋਇਆ ਕਿ ਜਿਸ ਤਰੀਕੇ ਕਾਫੀ ਸਾਰੀਆਂ ਮਿਸਾਲਾਂ ਮੈਂ ਦੇ ਸਕਦਾ ਹਾਂ ਕਿ ਲੁਧਿਆਣੇ ਦੇ ਵਿੱਚ ਪੱਖੋਵਾਲ, ਜਿੱਥੇ ਐਮਬੀਡੀ ਮਾਲ ਹੈ, ਉਹਦੇ ਬਿਲਕੁਲ ਨੇੜੇ ਇੱਕ ਪਾਸੇ ਜੋ ਆ ਐਮਬੀਡੀ ਤੇ ਹੋਰ ਕਾਫੀ ਸਾਰੇ ਸ਼ਾਪਿੰਗ ਮਾਲ ਉੱਥੇ ਬਣੇ ਹੋਏ ਆ। ਉਸੇ ਦੇ ਨੇੜੇ ਤੇੜੇ ਜਿਹੜੀ ਸੜਕ ਹੈ, ਉਸ ਸੜਕ ਦੇ ਉੱਪਰ ਚਾਰੇ ਪਾਸੇ ਜਿਹੜੇ ਆ ਮਾਸਟਰ ਮੋਤਾ ਸਿੰਘ ਨਗਰ ਦੀ ਅਗਰ ਗੱਲ ਕਰ ਲੈਂਦੇ ਹਾਂ ਤਾਂ ਉਹਨਾਂ ਸੜਕਾਂ ਦੇ ਆਲੇ ਦੁਆਲੇ ਨਾ ਕਾਫੀ ਸਾਰੀਆਂ ਕਾਰਾਂ, ਸਕੂਟੀਆਂ, ਜੀਪਾਂ ਖੜੀਆਂ ਹੋਈਆਂ, ਜਿਹਦੇ ਵਿੱਚ ਨਾ ਵਧੀਆ ਪੜ੍ਹੇ ਲਿਖੇ ਘਰਾਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨਾ ਉੱਥੇ ਉਹ ਖਾਣੇ ਵੇਚ ਰਹੇ ਆ। ਕੋਈ ਕੁਲਚੇ ਵੇਚੀ ਜਾਂਦਾ, ਕੋਈ ਕੜੀ ਚੌਲ, ਰਾਜਮਾ ਚੌਲ ਵੇਚੀ ਜਾਂਦਾ। ਔਰ ਇਹ ਅਸੀਂ ਦੇਖਿਆ ਉਦੋਂ ਆ। ਮੇਰੇ ਖੁਦ ਇਹੋ ਜਿਹਾ ਨਾਲ ਮਿਲਣ ਦਾ ਮੌਕਾ ਮੈਨੂੰ ਮਿਲਿਆ। ਮੈਂ ਜਦੋਂ ਬਤੌਰ ਪੱਤਰਕਾਰ ਮੈਨੂੰ ਉੱਥੇ ਜਾਣ ਦਾ ਵੀ ਮੌਕਾ ਮਿਲਿਆ, ਕਿਉਂਕਿ ਮੈਂ ਇਹ ਦੇਖਿਆ ਕਿ ਜਦੋਂ ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨਾਂ ਨੂੰ ਪੁੱਛਿਆ ਕਿ ਯਾਰ ਤੁਸੀਂ ਤਾਂ ਬਹੁਤ ਵਧੀਆ ਲੱਗਦੇ ਹੋ। ਪਤਾ ਕੀ, ਅਸੀਂ ਆਮ ਤੌਰ 'ਤੇ ਜਿਹੜੀਆਂ ਰੇਹੜੀਆਂ ਜਾਂ ਬਾਜ਼ਾਰਾਂ 'ਚ ਚੌਂਕਾਂ 'ਚ ਖੜੋ ਕੇ ਇੱਦਾਂ ਕਰਕੇ ਖਾਣੇ ਵੇਚਣਾ ਪੰਜਾਬੀਆਂ ਨੂੰ ਕਦੇ ਨਹੀਂ ਸੀ ਦੇਖਿਆ। ਅਸੀਂ ਦੇਖਦੇ ਸੀਗੇ ਵੀ ਯੂਪੀ ਦੇ ਆ ਜਾਂ ਬਾਹਰ ਦੇ ਲੋਕ ਆ ਜਿਹੜੇ ਉਹ ਆ ਕੇ ਇੱਦਾਂ ਕਰਦੇ ਆ, ਨੇਪਾਲੀ ਗੋਰਖੇ ਕਰਦੇ ਆ। ਪਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਤੇ ਇੱਕ ਜੋੜਾ ਮੈਨੂੰ ਅਜਿਹਾ ਵੀ ਮਿਲਿਆ ਜਿਨ੍ਹਾਂ ਨੇ ਕਿਹਾ
ਕੀ ਕਰੀਏ ਜੀ, ਸਾਡਾ ਬਹੁਤ ਵਧੀਆ ਕਾਰੋਬਾਰ ਸੀਗਾ, ਸਾਡਾ ਡੀਜੇ ਦਾ ਕੰਮ ਸੀਗਾ, ਕਰੋਨਾ ਕਰਕੇ ਅਸੀਂ ਮਿੱਟੀ ਹੋ ਗਏ ਜੀ, ਸਾਨੂੰ ਹੁਣ ਮਜਬੂਰੀ ਆ, ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਬੱਚੇ ਛੋਟੇ ਆ, ਬੱਚਿਆਂ ਦੇ ਪਾਲਣ ਦੇ ਵਾਸਤੇ ਸਾਨੂੰ ਬਹੁਤ ਸਾਰੇ ਕੰਮ ਜਿਹੜੇ ਆ ਉਹ ਕਰਨੇ ਪੈ ਰਹੇ ਤੇ ਮਜਬੂਰਨ ਉਹਨਾਂ ਨੂੰ ਖਾਣੇ ਦੀ ਰੇਹੜੀ ਲਾਉਣੀ ਪਈ ਹੈ। ਇਹ ਰੁਜ਼ਗਾਰ ਦੀ ਸਥਿਤੀ ਹੈ ਕਿ ਬਹੁਤ ਲੋਕਾਂ ਦੇ ਕੰਮ ਖੁੱਸ ਗਏ ਜਿਹੜੇ ਚੱਲਦੇ ਸੀਗੇ ਕਰੋਨਾ ਕਰਕੇ, ਫਿਰ ਉਹ ਬੇਰੁਜ਼ਗਾਰ ਹੋ ਗਏ। ਇਸ ਕਰਕੇ ਰੁਜ਼ਗਾਰ ਇੱਕ ਵੱਡੀ ਸਮੱਸਿਆ ਜਿਹੜੀ ਆ ਉਹ ਬਣੀ ਆ ਇਸ ਮਾਮਲੇ ਵਿੱਚ। ਤਾਂ ਦੂਸਰੇ ਪਾਸੇ ਗੱਲ ਇਹ ਹੈ ਕਿ ਬੇਰੁਜ਼ਗਾਰੀ ਦੀ ਜਿਹੜੀ ਇਹ ਦਰ ਹੈ ਉਹ 6.5% ਤੋਂ ਵੱਧ ਕੇ ਅਪ੍ਰੈਲ 2022 ਦੇ ਵਿੱਚ 7.83% ਹੋ ਗਈ। ਵੱਖ-ਵੱਖ ਸੂਬਿਆਂ 'ਚ ਵੀ ਬੇਰੁਜ਼ਗਾਰੀ ਦੀ ਦਰ ਵੱਖ-ਵੱਖ ਹੈ। ਸਭ ਤੋਂ ਵੱਧ ਜਿਹੜੀ ਬੇਰੁਜ਼ਗਾਰੀ ਹੈ ਉਹ ਹਰਿਆਣੇ ਵਿੱਚ ਹੈ, 34.5% ਹੈ। ਉਸ ਤੋਂ ਪਿੱਛੋਂ ਰਾਜਸਥਾਨ ਦਾ ਨੰਬਰ ਆਉਂਦਾ ਹੈ ਜਿੱਥੇ ਬੇਰੁਜ਼ਗਾਰੀ ਦੀ ਦਰ ਜਿਹੜੀ ਆ 28.5% ਹੈ। ਉਸ ਤੋਂ ਪਿੱਛੋਂ ਬਿਹਾਰ ਹੈ 21% ਹੈ, ਜੰਮੂ ਕਸ਼ਮੀਰ 'ਚ 15% ਹੈ ਤੇ ਇਸੇ ਤਰ੍ਹਾਂ ਵੱਖ-ਵੱਖ ਸੂਬਿਆਂ ਵਿੱਚ ਬੇਰੁਜ਼ਗਾਰੀ ਦੀ ਜਿਹੜੀ ਦਰ ਹੈ ਉਹ ਵੱਖ-ਵੱਖ ਹੈ। ਬਿਨਾਂ ਸ਼ੱਕ ਜੇ ਗੱਲ ਕਰੀਏ ਤਾਂ ਅੱਜ ਦੀ ਸਦੀ ਜਿਹੜੀ ਆ ਵਿਗਿਆਨ ਦੀ ਸਦੀ ਆ। ਅੱਜ ਦਾ ਜਿਹੜਾ ਯੁੱਗ ਹੈ ਉਹ ਤਕਨੀਕੀ ਯੁੱਗ ਹੈ। ਮਸ਼ੀਨੀਕਰਨ ਨਾਲ ਕੰਮ ਸੌਖਾ ਤੇ ਘੱਟ ਸਮੇਂ 'ਚ ਹੋ ਜਾਂਦਾ, ਪਰ ਇਹ ਵੀ ਸੱਚ ਹੈ ਕਿ ਬੇਰੁਜ਼ਗਾਰੀ ਵਧਾਉਣ ਵਿੱਚ ਮਸ਼ੀਨੀਕਰਨ ਦਾ ਬਹੁਤ ਵੱਡਾ ਰੋਲ ਹੈ। ਲੋਕ ਵਿਹਲੇ ਹੋ ਗਏ ਆ, ਭਾਵ ਦੁਨੀਆ ਦੇ ਵਿਕਸਿਤ ਦੇਸ਼ ਆਪਣੇ ਨਾਗਰਿਕਾਂ ਨੂੰ ਰੁਜ਼ਗਾਰ ਦੇਣਾ ਆਪਣਾ ਫਰਜ਼ ਮੰਨਦੇ ਆ, ਪਰ ਸਾਡੇ ਇੱਥੇ ਅਜਿਹਾ ਨਹੀਂ ਹੈ। ਕੁਝ ਸਮਾਂ ਪਹਿਲਾਂ ਦੇਸ਼ ਦੇ ਹੇਠਲੇ ਤਬਕੇ ਨੂੰ ਸਾਲ ਦੇ ਕੁਝ ਕੁ ਮਹੀਨੇ ਰੁਜ਼ਗਾਰ ਦੇਣ ਲਈ ਮਨਰੇਗਾ ਸਕੀਮ ਸ਼ੁਰੂ ਕੀਤੀ ਸੀ, ਜਿਸ ਦਾ ਦੇਸ਼ ਦੇ ਗਰੀਬ ਮਜ਼ਦੂਰ ਲੋਕਾਂ ਨੂੰ ਲਾਭ ਵੀ ਹੋਇਆ। ਪਰ ਹੁਣ ਸਰਕਾਰ ਉਸ ਜ਼ਿੰਮੇਵਾਰੀ ਤੋਂ ਵੀ ਪਿੱਛੇ ਹਟਦੀ ਦਿਸਦੀ ਹੈ। 2021 ਵਿੱਚ ਇਸ ਸਕੀਮ ਤਹਿਤ ਸਰਕਾਰ ਨੇ 98,000 ਕਰੋੜ ਰੁਪਏ ਰੱਖੇ ਸੀ, ਜੋ 2022 ਚ ਘਟਾ ਕੇ 73,000 ਕਰੋੜ ਰੁਪਏ ਕਰ ਦਿੱਤੇ ਆ, ਜੋ ਗਲਤ ਹੈ। ਬਿਨਾਂ ਸ਼ੱਕ ਜਿਹੜੀਆਂ ਨੌਕਰੀਆਂ ਆ ਦਿਨੋਂ ਦਿਨ ਘਟ ਰਹੀਆਂ। ਪਿਛਲੇ 5 ਸਾਲਾਂ ਵਿੱਚ 2.1 ਕਰੋੜ ਨੌਕਰੀਆਂ ਦੇ ਮੌਕੇ ਘਟੇ ਆ। ਭਾਰਤ ਦੇ 90 ਕਰੋੜ ਲੋਕ ਜਿਹੜੇ ਆ ਰੁਜ਼ਗਾਰ ਦੇ ਯੋਗ ਆ। 45 ਕਰੋੜ ਲੋਕਾਂ ਨੇ ਤਾਂ ਬੇਆਸ ਹੋ ਕੇ ਨੌਕਰੀਆਂ ਦੀ ਤਲਾਸ਼ ਕਰਨੀ ਛੱਡ ਦਿੱਤੀ। ਕੰਮ ਨਾ ਮਿਲਣ ਦੇ ਹਤਾਸ਼ ਹੋਣ ਵਾਲਿਆਂ 'ਚ ਔਰਤਾਂ ਦੀ ਗਿਣਤੀ ਵੱਧ ਹੈ, ਕਿਉਂਕਿ ਉਹਨਾਂ ਨੂੰ ਯੋਗਤਾ ਮੁਤਾਬਕ ਕੰਮ ਜਿਹੜਾ ਆ ਉਹ ਨਹੀਂ ਮਿਲ ਰਿਹਾ ਤੇ ਫਿਰ ਉਹਨਾਂ ਨੂੰ ਨਾ ਮਜਬੂਰਨ ਨਗੂਣੇ ਕੰਮ ਕਰਨੇ ਪੈਂਦੇ ਆ। ਔਰ ਕਈ ਦਫ਼ਤਰਾਂ ਵਿੱਚ ਅਸੀਂ ਦੇਖਿਆ ਕੁੜੀਆਂ ਕੰਮ ਕਰਦੀਆਂ, ਔਰਤਾਂ ਕੰਮ ਕਰਦੀਆਂ ਆ ਬਹੁਤ ਥੋੜ੍ਹੀ ਜਿਹੀ ਤਨਖਾਹ ਤੇ। ਸੁਣ ਕੇ ਹੈਰਾਨੀ ਹੁੰਦੀ ਹੈ ਜਦੋਂ ਪੁੱਛੀਏ ਨਾ ਤਨਖਾਹ ਤੇ 10,000 ਤੋਂ ਵੀ ਥੱਲੇ, ਕਈਆਂ ਦੀ 5,000 ਤੋਂ ਵੀ ਥੱਲੇ। ਅੱਜ ਦੇ ਦੌਰ ਦੇ ਵਿੱਚ ਸੋਚੋ ਜਰਾ ਕੀ ਬਣਦਾ ਆ। ਇਹ ਹਾਲਾਤ ਆ। ਹੈਰਾਨੀ ਇਸ ਗੱਲ ਦੀ ਹੈ ਕਿ ਬੇਰੁਜ਼ਗਾਰੀ ਵਧਣ ਦੇ ਬਾਵਜੂਦ ਵੀ ਕੰਮ ਚਾਹੁਣ ਵਾਲਿਆਂ ਦੀ ਗਿਣਤੀ 46.1% ਤੋਂ 40% ਰਹਿ ਗਈ ਹੈ। ਸੰਨ 2017 ਤੋਂ 2022 ਦਰਮਿਆਨ ਕੰਮ ਮੰਗਣ ਵਾਲਿਆਂ ਦੀ ਗਿਣਤੀ ਵਧਣ ਦੀ ਬਜਾਏ ਘਟੀ ਹੈ। ਦੇਸ਼ ਵਿੱਚ ਕਿਰਤੀਆਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ, ਪਰ ਕੰਮ ਨਹੀਂ ਹੈ। ਦੇਸ਼ 'ਚ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਕਾਰਨ ਦੇਸ਼ ਦੀ ਅਰਬਾਂ ਦੀ ਜਨਸੰਖਿਆ ਦਰ ਜਿਹੜੀ ਹੈ ਉਹ ਹੋਈ ਪਈ ਹੈ। ਭਾਵੇਂ ਇਹ ਕਿਹਾ ਜਾ ਸਕਦਾ ਹੈ ਕਿ ਦੇਸ਼ ਦੀ ਆਬਾਦੀ ਦਰ ਹੁਣ ਉੱਚੀ ਨਹੀਂ, ਪਰ ਸਾਡੇ ਹਾਲਾਤ ਮੁਤਾਬਕ ਦੇਸ਼ ਦੀ ਆਬਾਦੀ ਦਰ ਹਾਲੇ ਵੀ ਵੱਧ ਹੈ। ਦੇਸ਼ 'ਚ ਕਿੱਤਾ ਮੁਖੀ ਸਿੱਖਿਆ ਦੀ ਘਾਟ ਹੈ। ਸਾਡੇ ਕਿਰਤੀਆਂ ਦਾ ਸਿੱਖਿਆ ਪੱਧਰ ਵੀ ਨੀਵਾਂ ਆ, ਪਰ ਇਹ ਗੱਲ ਵੀ ਧਿਆਨ 'ਚ ਰੱਖਣ ਵਾਲੀ ਹੈ ਕਿ ਦੇਸ਼ ਦੀ ਖੁਸ਼ਹਾਲੀ ਦਾ ਰਸਤਾ ਦੇਸ਼ ਦੀ 60% ਦੀ ਆਬਾਦੀ ਨੂੰ ਰੁਜ਼ਗਾਰ ਮੁਹੱਈਆ ਕਰਨ ਦੇ ਵਿੱਚ ਹੀ ਹੈ। ਉਸ ਤੋਂ ਬਿਨਾਂ ਦੇਸ਼ ਦੀ ਜਿਹੜੀ ਆ ਖੁਸ਼ਹਾਲੀ ਸੰਭਵ ਨਹੀਂ ਹੈ। ਤਾਂ ਬਿਨਾਂ ਸ਼ੱਕ ਜਿਹੜੀ ਬੇਰੁਜ਼ਗਾਰੀ ਦੇਸ਼ ਲਈ ਬੜੀ ਗੰਭੀਰ ਸਮਾਜਿਕ ਤੇ ਆਰਥਿਕ ਸਮੱਸਿਆ ਹੈ, ਪਰ ਸਾਡੀਆਂ ਸਰਕਾਰਾਂ ਇਸ ਪਾਸੇ ਗੰਭੀਰ ਨਹੀਂ ਹੈ। ਅੱਜ ਜੇਕਰ 100 ਅਸਾਮੀਆਂ ਵਾਸਤੇ ਇਸ਼ਤਿਹਾਰ ਦਿੱਤਾ ਜਾਂਦਾ ਹੈ ਤਾਂ ਲੱਖਾਂ ਅਰਜ਼ੀਆਂ ਆ ਜਾਂਦੀਆਂ ਨੇ। ਚੌਥੇ ਦਰਜੇ ਦੀ ਅਸਾਮੀ ਲਈ ਕਾਫੀ ਵੱਧ ਪੜ੍ਹੇ ਲਿਖੇ ਆ ਜਾਂਦੇ ਨੇ। ਸਾਡੇ ਹਾਲਾਤ ਤਾਂ ਸਾਡੇ ਗੁਆਂਢੀ ਦੇਸ਼ਾਂ ਤੋਂ ਵੀ ਭੈੜੇ ਨੇ। ਬੰਗਲਾਦੇਸ਼ 'ਚ ਬੇਰੁਜ਼ਗਾਰੀ ਦਰ ਜਿਹੜੀ ਆ ਉਹ 3.5% ਹੈ। ਮੈਕਸੀਕੋ ਦੀ ਦਰ ਜਿਹੜੀ ਆ 4.5% ਹੈ। ਵੀਅਤਨਾਮ ਦੀ ਬੇਰੁਜ਼ਗਾਰੀ ਦਰ ਜਿਹੜੀ ਆ ਉਹ 2.5% ਹੈ, ਜਦੋਂ ਕਿ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਦਸੰਬਰ 2021 ਵਿੱਚ 8% ਸੀ। ਕਿੱਡੀ ਹੈਰਾਨੀ ਦੀ ਗੱਲ ਹੈ। ਤਾਂ ਬੇਰੁਜ਼ਗਾਰੀ ਦੇ ਹੱਲ ਲਈ ਸਾਨੂੰ ਜਿਹੜੇ ਆ ਵੱਡੇ ਉਪਰਾਲੇ ਕਰਨੇ ਪੈਣੇ ਆ। ਸਭ ਤੋਂ ਪਹਿਲਾਂ ਸਾਨੂੰ ਸਾਡੀ ਆਬਾਦੀ ਤੇ ਕੰਟਰੋਲ ਕਰਨਾ ਪੈਣਾ ਆ। ਜੇਕਰ ਅਜਿਹਾ ਨਾ ਕੀਤਾ ਗਿਆ ਤੇ ਬੇਰੁਜ਼ਗਾਰੀ ਦੇ ਉੱਤੇ ਕਾਬੂ ਪਾਉਣਾ ਔਖਾ ਹੋ ਜਾਵੇਗਾ ਤੇ ਸਾਡੀ ਸਿੱਖਿਆ ਨੀਤੀ ਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਹੈ, ਤਾਂ ਜਾ ਕੇ ਇਸ ਸਮੱਸਿਆ ਦੇ ਉੱਤੇ ਜਿਹੜਾ ਕਾਬੂ ਆ ਉਹ ਪਾਇਆ ਜਾ ਸਕਦਾ ਹੈ। ਨਹੀਂ ਤਾਂ ਇਹ ਸਮੱਸਿਆ ਲਗਾਤਾਰ ਵਿਕਰਾਲ ਰੂਪ ਧਾਰਨ ਕਰਦੀ ਜਾਊਗੀ। ਹੁਣ ਉਹਨੇ ਜੀ ਅਗਲੀ ਖਬਰ ਵੱਲ।
ਵੈਸੇ ਤਾਂ ਬੈਲਟ ਪੇਪਰਾਂ ਦੇ ਨਾਲ ਦੋਸਤੋ ਪਹਿਲਾਂ ਵੋਟਾਂ ਪੈਂਦੀਆਂ ਸੀ। ਬਾਹਰਲੇ ਦੇਸ਼ਾਂ ਵਿੱਚ ਅਜੇ ਵੀ ਬੈਲਟ ਪੇਪਰ ਜਿਹੜੇ ਆ ਕਾਗਜ਼ ਦੇ ਉੱਤੇ ਉਹਨੂੰ ਭਰਦੇ ਹੈਗੇ ਆ, ਫਿਰ ਉਹਨੂੰ ਮੋੜ ਕੇ ਉੱਤੇ ਆਪਣਾ ਜੋ ਵੀ ਕਰੋ ਕਾਰਵਾਈ ਕਰਕੇ ਫਿਰ ਉਹਨੂੰ ਜਿਹੜਾ ਆ ਡੱਬੇ 'ਚ ਪਾ ਦਿੱਤਾ ਜਾਂਦਾ। ਸਾਡੇ ਦੇਸ਼ ਵਿੱਚ ਇਸ ਚੀਜ਼ ਦੇ ਵਿੱਚ ਬਦਲਾਅ ਹੋਇਆ। ਸਾਡੇ ਮੁਲਕ ਦੇ ਵਿੱਚ ਬਦਲਾਅ ਇਹ ਹੋਇਆ ਵੀ ਸਾਡੇ ਇੱਥੇ EVM ਮਸ਼ੀਨਾਂ ਆਈਆਂ। ਮਸ਼ੀਨਾਂ ਆਉਣ ਨਾਲ ਪਹਿਲਾਂ ਕਿਹਾ ਜਾਂਦਾ ਸੀਗਾ ਵੀ ਜਿਹੜੇ ਬੈਲਟ ਪੇਪਰ ਆ ਵੀ ਉਹਦੇ ਵਿੱਚ ਗੜਬੜੀ ਹੋ ਰਹੀ ਆ। ਹੁਣ EVM ਮਸ਼ੀਨਾਂ ਆ ਗਈਆਂ, ਹੁਣ ਕਹਿੰਦੇ ਜੀ ਉਹਦੇ ਵਿੱਚ ਵੀ ਵੱਡੀ ਗੜਬੜ ਸੀਗੀ। ਬੜਾ ਰੌਲਾ ਪਿਆ ਪੂਰੇ ਦੇਸ਼ ਭਰ ਦੇ ਵਿੱਚ ਕਿ ਨਹੀਂ ਜੀ ਸਾਡੀ ਪਾਰਟੀ ਜਿੱਤ ਰਹੀ ਸੀ, ਫਲਾਨੀ ਪਾਰਟੀ ਨੂੰ ਵੱਧ ਵੋਟਾਂ ਪੈ ਗਈਆਂ। ਜੇ ਹੁਣ ਬਟਨ ਅਸੀਂ ਪਾਉਣੀ ਆ ਕਾਂਗਰਸ ਨੂੰ ਵੋਟ ਤੇ ਉਹ ਭਾਜਪਾ ਨੂੰ ਚਲੀ ਜਾਂਦੀ ਆ, ਜੇ ਅਸੀਂ ਪਾਉਣੀ ਆ ਅਕਾਲੀ ਦਲ ਨੂੰ ਵੋਟ ਉਹ ਕਾਂਗਰਸ ਦੇ ਖੇਮੇ 'ਚ ਚਲੀ ਜਾਂਦੀ। ਮਤਲਬ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਸੀਗੀਆਂ। ਤਾਂ ਇਸ ਗੱਲ ਦਾ ਰੌਲਾ ਪੈਂਦਾ ਰਿਹਾ। ਹੁਣ ਕੀ ਹੈ ਕਿ ਕੇਂਦਰੀ ਚੋਣ ਕਮਿਸ਼ਨ ਨੇ ਨਵੀਂ ਤਰ੍ਹਾਂ ਦੀਆਂ ਜਿਹੜੀਆਂ ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ EVMs ਬਣਾਈਆਂ ਨੇ, ਜਿਨ੍ਹਾਂ ਰਾਹੀਂ ਦੂਰ ਦਰਾਡੇ ਬੈਠੇ ਵੋਟਰ ਵੀ ਆਪਣੇ ਹਲਕਿਆਂ ਦੇ ਵਿੱਚ ਵੋਟ ਪਾ ਸਕਣਗੇ। ਹੁਣ ਇੱਕ ਨਵੀਆਂ ਮਸ਼ੀਨਾਂ ਆ ਗਈਆਂ ਇਸ ਦੇ ਵਿੱਚ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਦੇ 37% ਲੋਕ ਆਪਣੇ ਜੱਦੀ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਨਹੀਂ ਰਹਿੰਦੇ। ਉਹ ਰੁਜ਼ਗਾਰ ਦੇ ਲਈ ਹੋਰ ਸ਼ਹਿਰਾਂ, ਨਗਰਾਂ ਤੇ ਮਹਾਨਗਰਾਂ ਵਿੱਚ ਜਾਂਦੇ ਆ, ਪਰ ਇਸ ਪੱਖ ਤੋਂ ਉਹਨਾਂ ਨੂੰ ਆਪਣੇ ਹੀ ਦੇਸ਼ ਅੰਦਰ ਪ੍ਰਵਾਸ ਕਰਨ ਵਾਲੇ ਪ੍ਰਵਾਸੀ ਮੰਨਿਆ ਜਾਂਦਾ ਹੈ। ਉਹਨਾਂ ਵਾਸਤੇ ਆਪਣੇ ਹਲਕੇ ਵਿੱਚ ਜਾ ਕੇ ਵੋਟ ਪਾਉਣੀ ਸੰਭਵ ਨਹੀਂ ਹੁੰਦੀ। ਅਤੇ ਇਹ ਵੀ ਦੇਖਿਆ ਗਿਆ ਕਿ ਬਹੁਤ ਘੱਟ ਲੋਕ ਡਾਕਘਰਾਂ ਰਾਹੀਂ ਪਾਈਆਂ ਜਾਣ ਵਾਲੀਆਂ ਵੋਟਾਂ ਦੇ ਹੱਕ ਦੀ ਵਰਤੋਂ ਕਰਦੇ ਆ। ਪੋਸਟਲ ਆਰਡਰ ਰਾਹੀਂ ਇਦਾਂ ਕੀਤੀ ਜਾਂਦੀ ਹੈ। ਇਸ ਕਾਰਨ ਹਰ ਹਲਕੇ ਵਿੱਚ ਘੱਟ ਵੋਟਾਂ ਪੈਂਦੀਆਂ ਨੇ। ਕੇਂਦਰੀ ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਵੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਕਾਰਵਾਈ ਦੇਖਣ ਦੇ ਨਾਲ ਵਿਚਾਰ ਲਿਖਤੀ ਰੂਪ ਵਿੱਚ ਭੇਜਣ ਦਾ ਸੱਦਾ ਦਿੱਤਾ। ਇਹਨਾਂ ਦਿਨਾਂ ਦੇ ਵਿੱਚ ਚਰਚਾ ਹੋਈ ਜਾਂਦੀ ਹੈ ਇਸ ਗੱਲ ਦੀ। ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿਆਦਾ ਲੋਕਾਂ ਦੇ ਵੋਟਾਂ ਪਾਉਣ ਨਾਲ ਜਮਹੂਰੀਅਤ ਜਿਹੜੀ ਹੈ ਮਜ਼ਬੂਤ ਹੋਊਗੀ। ਉਦਾਹਰਨ ਦੇ ਤੌਰ ਤੇ ਕੁਝ ਸਮਾਂ ਪਹਿਲਾਂ ਹੋਈਆਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ 2017 ਦੇ ਮੁਕਾਬਲੇ 4% ਘੱਟ ਵੋਟਰਾਂ ਨੇ ਵੋਟ ਪਾਈ। ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਪਿਛਲੀ ਵਾਰੀ ਤੋਂ ਕੁਝ ਹੀ ਵੋਟਾਂ ਜ਼ਿਆਦਾ ਪਈਆਂ। ਵੋਟਰਾਂ ਦੇ ਵੋਟ ਨਾ ਪਾਉਣ ਬਾਰੇ, ਵਰਤਾਰੇ ਬਾਰੇ ਮਾਹਰ ਜਿਹੜੇ ਆ ਉਹਨਾਂ ਦੀ ਰਾਏ ਜਿਹੜੀ ਆ ਵੱਖੋ ਵੱਖ ਹੈ। ਕੁਝ ਮਾਹਰਾਂ ਅਨੁਸਾਰ ਵੋਟ ਨਾ ਪਾਉਣ ਵਾਲਾ ਵੋਟਰ ਵੋਟ ਨਾ ਪਾ ਕੇ ਮੌਜੂਦਾ ਪ੍ਰਬੰਧ ਜਾਂ ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕਰਦਾ ਆ। ਨੋਟਾ ਆ ਗਿਆ ਨਾ, ਇਸ ਕਰਕੇ ਉਹ ਬਟਨ ਨੱਪ ਦਿੰਦੇ ਆ ਵੀ ਨਹੀਂ ਠੀਕ ਆ, ਅਸੀਂ ਪਾਉਣੀ ਨਹੀਂ ਵੋਟ, ਸਾਨੂੰ ਸਰਕਾਰ ਜਾਂ ਕੋਈ ਨੁਮਾਇੰਦਾ ਜਾਂ ਕੋਈ ਵੀ ਪਾਰਟੀ ਸਾਨੂੰ ਚੰਗੀ ਨਹੀਂ ਲੱਗਦੀ, ਇਸ ਕਰਕੇ ਨੋਟਾ ਆ ਗਿਆ। ਕੁਝ ਹੋਰ ਮਾਹਰਾਂ ਅਨੁਸਾਰ ਵੋਟ ਨਾ ਪਾਉਣ ਦਾ ਵਰਤਾਰਾ ਵੋਟਰਾਂ ਦੀਆਂ ਸਰਕਾਰਾਂ, ਸਿਆਸੀ ਪਾਰਟੀਆਂ, ਮੌਜੂਦਾ ਰਾਜ ਪ੍ਰਬੰਧ ਜਿਹੜੇ ਆ ਉਹਦੇ ਪ੍ਰਤੀ ਇੱਕ ਉਦਾਸੀਨਤਾ ਵਾਲਾ ਰਵੱਈਆ ਵੀ ਹੈ। ਕੁਝ ਮਾਹਰ ਇਹ ਮੰਨਦੇ ਆ ਕਿ ਵੋਟ ਨਾ ਪਾਉਣ ਵਾਲੇ ਵੋਟਰ ਮੌਜੂਦਾ ਰਾਜ ਪ੍ਰਬੰਧ ਤੋਂ ਸੰਤੁਸ਼ਟ ਹੁੰਦੇ ਆ। ਹੁਣ ਵੱਖ-ਵੱਖ ਰਾਇਆਂ ਆ ਗਈਆਂ ਇੱਥੇ, ਪਰ ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਲਈ ਕੇਂਦਰੀ ਚੋਣ ਕਮਿਸ਼ਨ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ। ਰਿਪੀਟ, ਪਰ ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਲਈ ਕੇਂਦਰੀ ਚੋਣ ਕਮਿਸ਼ਨ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਆ। ਪਹਿਲਾਂ ਚੁਣੌਤੀ ਤਾਂ ਇਹ ਹੈ ਕਿ ਕਈ ਸਿਆਸੀ ਪਾਰਟੀਆਂ, ਜਥੇਬੰਦੀਆਂ ਤੇ ਸੰਸਥਾਵਾਂ ਮੌਜੂਦਾ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ EVMs ਰਾਹੀਂ ਵੋਟਾਂ ਪਾਉਣ ਤੇ ਹੀ ਕਿੰਤੂ ਕਰਦੀਆਂ ਰਹੀਆਂ ਨੇ। ਉਹ ਨਵੀਆਂ ਰਿਮੋਟ EVMs ਤੇ ਵੀ ਕਿੰਤੂ ਕਰਨਗੀਆਂ ਤੇ ਇਸ ਤਰ੍ਹਾਂ ਹਰ ਮਹਾਨਗਰ, ਸ਼ਹਿਰ ਤੇ ਕਸਬੇ ਵਿੱਚ ਬੈਠੇ ਜਿਹੜੇ ਬਾਹਰ ਦੇ ਵੋਟਰ ਆ ਉਹਨਾਂ ਦੀ ਸ਼ਨਾਖਤ ਕਰਨੀ ਕੋਈ ਸੌਖਾ ਕੰਮ ਨਹੀਂ ਹੈ। ਜੇ ਸ਼ਨਾਖਤ ਹੋ ਵੀ ਜਾਊਗੀ ਤਾਂ ਇਹਨਾਂ ਵੋਟਰਾਂ ਤੇ ਕੋਈ ਦਬਾਅ ਨਹੀਂ ਪਾਇਆ ਗਿਆ। ਸਿਆਸੀ ਪਾਰਟੀਆਂ EVM ਮਸ਼ੀਨਾਂ ਦੀ ਦੁਰਵਰਤੋਂ ਦੇ ਦੋਸ਼ ਵੀ ਲਗਾਉਂਦੀਆਂ ਰਹੀਆਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਪਰ ਭਾਵੇਂ ਉਹ ਇਸ ਦੇ ਪੁਖਤਾ ਸਬੂਤ ਨਹੀਂ ਦੇ ਸਕੀਆਂ। ਹਜੇ ਤੱਕ ਰੌਲਾ ਹੀ ਪੈਂਦਾ ਰਿਹਾ ਇਸ ਗੱਲ ਦਾ। ਵਿਕਸਿਤ ਦੇਸ਼ਾਂ ਵਿੱਚ EVMs ਨਹੀਂ ਵਰਤੀਆਂ ਜਾਂਦੀਆਂ। ਮੈਂ ਵੀ ਗੱਲ ਕੀਤੀ ਸੀਗੀ, ਉੱਥੇ ਅਜੇ ਵੀ ਜਿਹੜੀਆਂ ਆ ਵੋਟਾਂ ਕਾਗਜ਼ੀ ਪਰਚੀਆਂ ਰਾਹੀਂ ਪਾਈਆਂ ਜਾਂਦੀਆਂ ਨੇ। ਰਿਮੋਟ EVMs ਪ੍ਰਤੀ ਸਿਆਸੀ ਪਾਰਟੀਆਂ ਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਕੇਂਦਰੀ ਚੋਣ ਕਮਿਸ਼ਨ ਲਈ ਕਾਫੀ ਔਖਾ ਸਾਬਤ ਹੋ ਰਿਹਾ ਆ। ਔਰ ਦੂਜੀ ਗੱਲ ਪਤਾ ਕੀ ਆ, ਹੁਣ ਬੇਸ਼ੱਕ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਆ, ਉਹਨਾਂ ਨੇ ਕਿਹਾ ਆ ਕਿ ਤੁਸੀਂ ਸਾਨੂੰ ਇਸ ਬਾਰੇ ਜਿਹੜਾ ਆ ਉਹ ਕਲੀਅਰ ਕਰੋ, ਪਰ ਮੁੱਦਾ ਕੀ ਹੈ ਕਿ ਪਾਰਟੀਆਂ ਜੋ ਮਰਜ਼ੀ ਕਹਿ ਦੇਣ, ਇੱਕ ਗੱਲ ਤਾਂ ਹੈਗੀ ਆ, ਮੰਨ ਕੇ ਚੱਲੋ ਕੋਈ ਬਿਹਾਰ ਦਾ, ਕੋਈ ਯੂਪੀ ਦਾ ਇੱਥੇ ਪੰਜਾਬ 'ਚ ਬੈਠਾ ਹੈ, ਹੁਣ ਉਹਨੂੰ ਕਿੱਥੋਂ ਲੱਭਣਗੇ?
ਪਤਾ ਲੱਗੂਗਾ। ਹੁਣ ਉਹਦੀ ਵੋਟ ਮੰਨ ਕੇ ਚਲੋ ਯੂਪੀ ਵਾਲੇ ਦੀ ਉੱਥੇ ਬਿਜਨੌਰ ਦੀ ਵੋਟ ਬਣੀ ਆ, ਕਿਸੇ ਦੀ ਲਖਨਊ ਦੀ ਵੋਟ ਆ, ਉਹ ਇੱਥੇ ਆ ਕੇ ਕੰਮ ਕਰੀ ਜਾਂਦੇ ਆ, ਕੋਈ ਲੁਧਿਆਣੇ ਆ ਕੇ ਕੰਮ ਕਰੀ ਜਾਂਦਾ। ਇਹਨਾਂ ਨੂੰ ਕਿਵੇਂ ਲੱਭਣਗੇ? ਹੁਣ ਉਹ ਜੇ ਬੈਠੇ ਹੀ ਇੱਥੇ ਆ ਕਿ ਉਹ ਵੋਟ ਪਾਉਣ ਲਈ ਜਾਂ ਤਾਂ ਗਏ ਹੋਣ ਫਿਰ ਤਾਂ ਗੱਲ ਆ, ਜੇ ਉਹ ਗਏ ਨਹੀਂ ਤੇ ਇੱਥੇ ਬੈਠੇ ਤੇ ਉਹਨਾਂ ਦੀ ਭਾਲ ਕੌਣ ਕਰੂਗਾ? ਇਹ ਕਿੰਨੀ ਵੱਡੀ ਸਿਰਦਰਦੀ ਵਾਲਾ ਕੰਮ ਹੈ। ਚਾਹੀਦਾ ਤਾਂ ਇਹ ਹੈ ਕਿ ਜਿਹੜੇ ਵੋਟਰ ਜਿੱਥੋਂ ਦੇ ਵੀ ਹੋਣ, ਜਿੱਥੋਂ ਦੇ ਵਸਨੀਕ ਹੈ, ਉਹਨਾਂ ਨੂੰ ਉੱਥੇ ਹੀ ਵੋਟ ਪਾਉਣੀ ਚਾਹੀਦੀ। ਇੱਕ ਦੂਜੀ ਗੱਲ ਇਹ ਹੈ ਕਿ ਵੋਟਾਂ ਦੇ ਦਿਨਾਂ ਵਿੱਚ ਇਹ ਖਾਸ ਕਰ ਦੇਣੀ ਚਾਹੀਦੀ ਹੈ ਵੀ ਜਿਹੜਾ ਬੰਦਾ ਜਿਹੜੇ ਇਲਾਕੇ ਦਾ ਉੱਥੇ ਜਾ ਕੇ ਵੋਟ ਪਾਵੇ। ਇਹਦੇ ਨਾਲ ਇੱਕ ਵੱਡੀ ਘਪਲੇਬਾਜ਼ੀ ਜਿਹੜੀ ਆ ਉਹ ਰੁਕ ਸਕਦੀ ਆ। ਘਪਲੇਬਾਜ਼ੀ ਇਹ ਹੈ ਕਿ ਜਿਵੇਂ ਵੋਟਾਂ ਵਧਾਉਣ ਦੀ ਖਾਤਰ ਵੋਟਾਂ ਦੇ ਵਿੱਚ ਜਦੋਂ ਪਾਰਟੀਆਂ ਵੱਖ-ਵੱਖ ਖੜ੍ਹਦੀਆਂ ਆ ਤੇ ਕਈ ਅਜਿਹੇ ਲੋਕ ਆ ਜਿਹੜੇ ਉਸ ਸ਼ਹਿਰ, ਉਸ ਸੂਬੇ ਦੇ ਨਾਲ ਸੰਬੰਧਿਤ ਹੀ ਨਹੀਂ ਹੁੰਦੇ, ਉਹ ਵੀ ਵੋਟਾਂ ਉੱਥੇ ਪਾਈ ਜਾਂਦੇ ਆ। ਮੰਨ ਕੇ ਚਲੋ ਪੰਜਾਬ ਦੇ ਵਿੱਚ ਨਾ ਬਿਹਾਰੀਏ ਦਾ ਕੰਮ ਆ, ਨਾ ਕੋਈ ਯੂਪੀ ਵਾਲੇ ਦਾ ਕੰਮ ਆ, ਨਾ ਕੋਈ ਨੇਪਾਲੀ ਗੋਰਖੇ ਦਾ ਕੰਮ ਆ, ਪਰ ਹੈਰਾਨੀ ਦੀ ਗੱਲ ਆ ਕਿ ਉਹਨਾਂ ਦੀਆਂ ਇੱਥੇ ਰਾਸ਼ਨ ਕਾਰਡ ਵੀ ਬਣੇ ਆ, ਉਹਨਾਂ ਦੀਆਂ ਇੱਥੇ ਵੋਟਾਂ ਵੀ ਬਣੀਆਂ, ਉਹਨਾਂ ਦਾ ਸਾਰਾ ਜਿਹੜਾ ਰਿਹਾਇਸ਼ੀ ਜੋ ਵੀ ਕਾਗਜ਼ੀ ਕਾਰਵਾਈ ਰਾਸ਼ਨ ਕਾਰਡ ਤੱਕ ਸਭ ਕੁਛ ਇੱਥੇ ਬਣਾਇਆ ਪਿਆ ਹੈ। ਜੇ ਬਣਾਇਆ ਤਾਂ ਫਿਰ ਇਹ ਪਾਰਟੀਆਂ ਉਹਨਾਂ ਨੂੰ ਖਰੀਦ ਵੀ ਲੈਂਦੀਆਂ। ਬਹੁਤ ਵੱਡੀ ਪੱਧਰ 'ਤੇ ਇਹ ਹੁੰਦਾ ਕਿ ਉਹਨਾਂ ਨੂੰ ਮੁੱਲ ਦੇ ਕੇ ਉਹਨਾਂ ਦੀ ਵੋਟਾਂ ਖਰੀਦੀਆਂ ਜਾਂਦੀਆਂ। ਅਸੀਂ ਇਹ ਦੇਖਿਆ ਕਿ ਬਹੁਤ ਧਾੜਾਂ ਦੀਆਂ ਧਾੜਾਂ ਜਿਹੜੀਆਂ ਆ ਵੋਟਾਂ ਦੇ ਵੇਲੇ ਗੱਡੀਆਂ ਭਰ ਕੇ ਕਈ ਪਾਰਟੀਆਂ ਵੱਲੋਂ ਪਹਿਲਾਂ ਲਿਆਂਦੀਆਂ ਜਾਂਦੀਆਂ ਸੀ। ਹੁਣ ਤੱਕ ਇਹੀ ਹੁੰਦਾ ਹੈ। ਜੋ ਸੱਚ ਹੈ, ਸੱਚ ਤੋਂ ਅੱਖਾਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ। ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਜਿਹੜੀ ਥਾਂ ਭੀੜ ਇਕੱਠੀ ਹੋਈ ਪਈ ਆ। ਜੇ ਚੋਣ ਕਮਿਸ਼ਨ ਇਹ ਗੱਲ ਵੀ ਪੱਕੇ ਰੂਪ ਦੇ ਵਿੱਚ ਲਾਗੂ ਕਰ ਦੇਵੇ ਕਿ ਜਿਹੜੇ ਵੋਟਰ ਆ ਉਹ ਜਿੱਥੋਂ ਦੇ ਹੈਗੇ ਆ, ਜਿਹੜੇ ਸਟੇਟ ਦੇ ਆ, ਉੱਥੇ ਉਹਨਾਂ ਦਿਨਾਂ ਵਿੱਚ ਆਪਦੀ ਸਟੇਟ 'ਚ ਚਲੇ ਜਾਣ, ਠੀਕ ਹੈ। ਜੇ ਨਹੀਂ ਜਾ ਸਕਦੇ ਤਾਂ ਉੱਥੇ ਬੈਠ ਕੇ ਉਹਨਾਂ ਦੇ ਜਿਹੜੇ ਪਿੰਡ ਹੈ ਜਾਂ ਸ਼ਹਿਰ ਹੈ ਜਿੱਥੇ ਉਹ ਵੋਟ ਪੈਂਦੀ ਪਈ ਆ, ਉੱਥੋਂ ਫਿਰ ਸਪੈਸ਼ਲ ਪਹਿਲਾਂ ਤਾਂ ਅੰਕੜੇ ਇਹ ਕੱਢੇ ਜਾਣ ਵੀ ਸਾਡੇ ਬੰਦੇ ਗਏ ਕਿਹੜੇ ਛੱਡ ਕੇ। ਹੁਣ ਇੱਥੇ ਵੀ ਤਾਂ ਸਿਰਦਰਦੀ ਵਾਲੀ ਗੱਲ ਨਾ, ਇਸ ਕਰਕੇ ਇਹ ਜਿਹੜੀ ਆ ਗੱਲ ਮਿਆਨ ਦੇ ਵਿੱਚ ਸਮਾਉਂਦੀ ਨਹੀਂ ਗੀ। ਇਹ ਗੱਲ ਜਿਹੜੀ ਆ ਉਹ ਕਿਸੇ ਸਾਂਚੇ 'ਚ ਫਿੱਟ ਨਹੀਂ ਬਹਿੰਦੀ ਪਏਗੀ। ਇਸ ਕਰਕੇ ਚੋਣ ਕਮਿਸ਼ਨ ਲਈ ਇੱਕ ਵੱਡੀ ਸਮੱਸਿਆ ਜਿਹੜੀ ਆ ਉਹ ਪੈਦਾ ਹੋ ਸਕਦੀ ਆ। ਬੇਸ਼ੱਕ ਹੁਣ ਨਵੀਆਂ VOTING ਮਸ਼ੀਨਾਂ ਆ ਵੀ ਜਾਣਗੀਆਂ, ਪਰ ਮਸਲਾ ਤਾਂ ਕਿਤੇ ਬਹੁਤ ਵੱਡਾ ਸਿਰਦਰਦੀ ਬਣ ਕੇ ਖੜਿਆ ਹੀ ਹੋਇਆ ਹੈ। ਸੋ ਦੋਸਤੋ, ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਕਿਸ ਤਰੀਕੇ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ
ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।